ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਕੰਮ ਕਰ ਰਹੀ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਇਕਾਂਗੀ ਮੌਨਧਾਰੀ ਬਾਰੇ ਗੱਲਬਾਤ ਕਰਾਂਗੇ। ਇਕਾਂਗੀ ਕੀ ਹੈ? ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਰਾਹੀਂ ਪ੍ਰਭਾਵ ਅਤੇ ਕਾਰਜ ਦੀ ਏਕਤਾ ਕਾਇਮ ਰੱਖਦਿਆਂ ਸੀਮਤ ਸਮੇਂ ਵਿੱਚ ਰੰਗਮੰਚ ਉੱਤੇ ਸਾਕਾਰ ਕਰਦਾ ਹੈ। ਇਕਾਂਗੀ ਦ੍ਰਿਸ਼ ਕਾਵਿ ਦਾ ਅੰਗ ਹੁੰਦਾ ਹੈ। ਮੌਨਧਾਰੀ ਇਕਾਂਗੀ ਪੰਜਾਬੀ ਨਾਟਕ ਦੇ ਪਿਤਾਮਾ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦਾ ਲਿਖਿਆ ਹੋਇਆ ਹੈ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦਾ ਜਨਮ 30 ਸਤੰਬਰ 1892 ਈਸਵੀ ਨੂੰ ਪਿੰਡ ਗਾਂਧੀਆਂ ਪਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਸਮਾਜਿਕ ਸਰੋਕਾਰਾਂ ਵਾਲੀ ਇਕਾਂਗੀ ਰਚਨਾ ਵਿੱਚ ਸਭ ਤੋਂ ਪਹਿਲਾਂ ਆਪ ਨੇ ਸੁਹਾਗ ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਅਤੇ ਇਹ ਇਕਾਂਗੀ ਸਫਲਤਾਪੂਰਵਕ ਰੰਗਮੰਚ ਉੱਤੇ ਪੇਸ਼ ਕੀਤਾ ਗਿਆ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹਨ, ਜਿਵੇਂ ਵਰ ਘਰ, ਸ਼ਾਮੂ ਸ਼ਾਹ, ਸੋਸ਼ਲ ਸਰਕਲ, ਝਲਕਾਰੇ, ਲਿਸ਼ਕਾਰੇ, ਚਮਕਾਰੇ, ਸੁਭੱਦਰਾ, ਬੇਬੇ ਰਾਮ ਭਜਨੀ, ਮਾਂ ਦਾ ਡਿਪਟੀ, ਬੇਈਮਾਨ, ਦੁਲਹਨ ਆਦਿ ਪ੍ਰਮੁੱਖ ਰਚਨਾਵਾਂ ਹਨ। ਮੌਨਧਾਰੀ ਇਕਾਂਗੀ, ਜੋ ਕਿ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀ ਰਚਨਾ ਹੈ, ਵਿੱਚ 6 ਮੁੱਖ ਪਾਤਰ ਹਨ, ਕਿਉਂਕਿ ਪਾਤਰਾਂ ਦੇ ਮਾਧਿਅਮ ਰਾਹੀਂ ਹੀ ਕਹਾਣੀ ਨੂੰ ਸਾਕਾਰ ਕੀਤਾ ਜਾਂਦਾ ਹੈ। ਪਹਿਲਾ ਪਾਤਰ ਹੈ ਰਾਮ ਪਿਆਰੀ। ਰਾਮ ਪਿਆਰੀ ਇੱਕ ਅੱਧਖੜ ਉਮਰ ਦੀ ਤੀਵੀਂ ਹੈ। ਦੂਸਰਾ ਪਾਤਰ ਹੈ ਹਰੀ ਚੰਦ, ਜੋ ਰਾਮ ਪਿਆਰੀ ਦਾ ਘਰ ਵਾਲਾ ਹੈ। ਉਸ ਦੀ ਉਮਰ ਲਗਭਗ 60 ਸਾਲ ਹੈ। ਹਰੀ ਚੰਦ ਦੀ ਸਿਹਤ ਖਰਾਬ ਰਹਿੰਦੀ ਹੈ ਅਤੇ ਉਹ ਡਾਕਟਰ ਦੇ ਕੋਲ ਤੁਰਿਆ ਰਹਿੰਦਾ ਹੈ। ਰਾਮ ਪਿਆਰੀ ਅਤੇ ਹਰੀ ਚੰਦ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਤੀਸਰਾ ਪਾਤਰ ਹੈ ਮਦਨ ਲਾਲ, ਜੋ 30-32 ਸਾਲ ਦਾ ਨੌਜਵਾਨ ਹੈ। ਰਾਮ ਪਿਆਰੀ ਦਾ ਭਣੇਵਾਂ ਹੈ। ਗਬਨ ਦੇ ਕੇਸ ਵਿੱਚ ਭਗੌੜਾ ਹੈ। ਭਗੌੜਾ ਹੋਣ ਕਰਕੇ ਪੁਲਿਸ ਉਸ ਦੇ ਪਿੱਛੇ ਲੱਗੀ ਹੋਈ ਹੈ ਅਤੇ ਉਹ ਪੁਲਿਸ ਤੋਂ ਭੱਜਦਾ ਹੋਇਆ ਡਰਦਾ ਮਾਰਾ ਆਪਣੀ ਮਾਸੀ ਰਾਮ ਪਿਆਰੀ ਕੋਲ ਆ ਜਾਂਦਾ ਹੈ। ਚੌਥਾ ਪਾਤਰ ਸਾਧੂ ਹੈ, ਜਿਸ ਦੀ ਉਮਰ 35 ਤੋਂ 40 ਸਾਲ ਦੇ ਵਿੱਚ ਹੈ। ਸਾਧੂ ਸਾਰੀ ਇਕਾਂਗੀ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਬੋਲ ਕੇ, ਅਖਾਣ ਬੋਲ ਕੇ ਇਕਾਂਗੀ ਦੀ ਉਤਸੁਕਤਾ ਬਣਾਈ ਰੱਖਦਾ ਹੈ। ਪੰਜਵਾਂ ਪਾਤਰ ਹੈ ਮੌਨਧਾਰੀ, ਜਿਸ ਦੀ ਉਮਰ ਲਗਭਗ 50 ਸਾਲ ਹੈ। ਇਹ ਸਾਧੂ ਦਾ ਜੋਟੀਦਾਰ ਹੈ। ਮੌਨਧਾਰੀ ਦੇ ਨਾਂ 'ਤੇ ਹੀ ਇਸ ਇਕਾਂਗੀ ਦਾ ਨਾਂ ਮੌਨਧਾਰੀ ਹੈ। ਮੌਨ ਦਾ ਅਰਥ ਹੈ ਚੁੱਪ ਰਹਿਣਾ। ਇਹ ਸਾਰੀ ਇਕਾਂਗੀ ਵਿੱਚ ਚੁੱਪ ਰਹਿੰਦਾ ਹੈ, ਸਿਰਫ ਇਸ਼ਾਰੇ ਦੇ ਨਾਲ ਗੱਲ ਕਰਦਾ ਹੈ। ਇਕਾਂਗੀ ਦੇ ਅਖੀਰ 'ਤੇ ਜਾ ਕੇ ਬੋਲਦਾ ਹੈ ਅਤੇ ਨਾਟਕੀ ਢੰਗ ਨਾਲ ਇਕਾਂਗੀ ਨੂੰ ਖਤਮ ਕਰ ਦਿੰਦਾ ਹੈ। ਛੇਵਾਂ ਪਾਤਰ ਹੈ ਕਿਸ਼ੋਰ ਚੰਦ। ਹਰੀ ਚੰਦ ਅਤੇ ਰਾਮ ਪਿਆਰੀ ਦਾ ਲੜਕਾ ਹੈ। ਉਮਰ ਲਗਭਗ 30 ਸਾਲ ਹੈ। ਕਿਸ਼ੋਰ ਚੰਦ ਸਰਕਾਰੀ ਦਫ਼ਤਰ ਦੇ ਵਿੱਚ ਅਸਿਸਟੈਂਟ ਹੈ। ਉਹ ਸਾਧਾਂ ਸੰਤਾਂ ਅਤੇ ਵਹਿਮਾਂ ਭਰਮਾਂ ਦੇ ਸਖਤ ਖਿਲਾਫ ਹੈ। ਕਿਸ਼ੋਰ ਚੰਦ ਪੜ੍ਹਿਆ ਲਿਖਿਆ ਹੋਣ ਕਰਕੇ ਨੌਜਵਾਨ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ। ਕਿਸ਼ੋਰ ਚੰਦ ਇਹਨਾਂ ਰਾਹੀਂ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਤੌਰ 'ਤੇ ਕੀਤੀ ਜਾਂਦੀ ਲੁੱਟ ਦਾ ਪਰਦਾਫਾਸ਼ ਕਰਨ ਲਈ ਯਤਨਸ਼ੀਲ ਹੈ। ਇਸ ਇਕਾਂਗੀ ਦੇ ਵਧੇਰੇ ਹਿੱਸੇ ਵਿੱਚ ਮੌਨਧਾਰੀ ਅਤੇ ਸਾਧੂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾਉਣ ਅਤੇ ਗੁੰਮਰਾਹ ਕਰ ਰਹੇ ਪ੍ਰਤੀਤ ਹੁੰਦੇ ਹਨ, ਪਰ ਅਸਲੀਅਤ ਕੁਝ
ਹੋਰ ਹੀ ਹੁੰਦੀ ਹੈ। ਕੀ ਅਸਲੀਅਤ ਹੁੰਦੀ ਹੈ, ਇਸ ਬਾਰੇ ਆਪਾਂ ਇਕਾਂਗੀ ਦੇ ਅੰਤ ਵਿੱਚ ਗੱਲ ਕਰਾਂਗੇ। ਇਕਾਂਗੀ ਵਿੱਚ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨੇ ਤਤਕਾਲੀ ਸਮਾਜ ਦੀ ਯਥਾਰਥਿਕ ਪੇਸ਼ਕਾਰੀ ਹਲਕੇ ਫੁਲਕੇ ਅਤੇ ਰੌਚਕ ਅੰਦਾਜ਼ ਵਿੱਚ ਕੀਤੀ ਹੈ। ਜਿਵੇਂ ਇਕਾਂਗੀ ਦੇ ਸ਼ੁਰੂ ਵਿੱਚ ਹੀ ਵੱਧ ਰਹੀ ਮਹਿੰਗਾਈ ਬਾਰੇ ਗੱਲ ਹੋਈ ਹੈ। ਜਦੋਂ ਰਾਮ ਪਿਆਰੀ ਕਹਿੰਦੀ ਹੈ, ਸਬਜ਼ੀ ਚੀਰਦੀ ਹੋਈ, ਖਾਏ ਕੋਈ ਕੀ, ਸਬਜ਼ੀਆਂ ਨੂੰ ਤਾਂ ਅੱਗ ਲੱਗੀ ਹੋਈ ਏ। ਇਸ ਤੋਂ ਇਲਾਵਾ ਇਕਾਂਗੀ ਵਿੱਚ ਇੱਕ ਤਾਂ ਸਾਧੂ ਮਹਾਤਮਾ ਦੁਆਰਾ ਫੈਲਾਏ ਵਹਿਮ ਭਰਮ ਹਨ, ਦੂਜਾ ਸਾਡੇ ਸਮਾਜ ਦੇ ਰੂੜੀਵਾਦੀ ਵਹਿਮ ਭਰਮ ਹਨ ਕਿ ਜੇਕਰ ਘਰੋਂ ਕੰਮ ਕਰਨ ਲਈ ਨਿਕਲੋ ਤਾਂ ਕੋਈ ਪਿੱਛੋਂ ਆਵਾਜ਼ ਮਾਰ ਦੇਵੇ ਤਾਂ ਕੰਮ ਸਿਰੇ ਨਹੀਂ ਚੜ੍ਹਦਾ। ਜਿਵੇਂ ਇਸ ਇਕਾਂਗੀ ਵਿੱਚ ਜਦੋਂ ਰਾਮ ਪਿਆਰੀ ਹਰੀ ਚੰਦ ਨੂੰ ਆਵਾਜ਼ ਮਾਰ ਕੇ ਪੁੱਛਦੀ ਹੈ ਕਿ ਕਿੱਥੇ ਚੱਲੇ ਹੋ, ਤਾਂ ਹਰੀ ਚੰਦ ਖਿੱਝ ਕੇ ਜਵਾਬ ਦਿੰਦਾ ਹੈ, ਢੱਠੇ ਖੂਹ 'ਚ। ਇਸ ਤਰ੍ਹਾਂ ਇਕਾਂਗੀ ਦੇ ਵਿੱਚ ਸਮਾਜ ਦਾ ਯਥਾਰਥਕ ਚਿੱਤਰਨ ਹੈ। ਹਰੀ ਚੰਦ ਕਹਿੰਦਾ ਹੈ, ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਜਾਂਦਿਆਂ ਨੂੰ ਪਿੱਛੋਂ ਆਵਾਜ਼ ਨਾ ਮਾਰਿਆ ਕਰੋ। ਇਸ ਤੋਂ ਇਲਾਵਾ ਇਕਾਂਗੀ ਦੇ ਵਿੱਚ ਸਮਾਜਿਕ ਰਿਸ਼ਤਿਆਂ ਦੀ ਜਜ਼ਬਾਤੀ ਢੰਗ ਨਾਲ ਪੇਸ਼ਕਾਰੀ ਕੀਤੀ ਗਈ ਹੈ। ਜਦੋਂ ਰਾਮ ਪਿਆਰੀ ਦਾ ਭਣੇਵਾਂ ਮਦਨ ਲਾਲ ਮੁਸੀਬਤ ਦਾ ਮਾਰਿਆ ਹੋਇਆ ਆਪਣੀ ਮਾਸੀ ਕੋਲ ਆਉਂਦਾ ਹੈ ਤਾਂ ਰਾਮ ਪਿਆਰੀ ਸਮਾਜਿਕ ਰਿਸ਼ਤਿਆਂ ਨਾਤਿਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ। ਅਸੀਂ ਇਕਾਂਗੀ ਵਿੱਚੋਂ ਮਦਨ ਅਤੇ ਰਾਮ ਪਿਆਰੀ ਦੀ ਆਪਸੀ ਗੱਲਬਾਤ ਦੇਖਦੇ ਹਾਂ। ਜਦੋਂ ਮਦਨ ਰਾਮ ਪਿਆਰੀ ਦੇ ਘਰ ਆਉਂਦਾ ਹੈ, ਮਦਨ ਕਹਿੰਦਾ ਹੈ, ਮਾਸੀ ਮੈਂ ਆ, ਪਛਾਣਦੀ ਨਹੀਂ, ਮੈਂ ਮਦਨ। ਤੇ ਰਾਮ ਪਿਆਰੀ ਅੱਗੇ ਜਵਾਬ ਦਿੰਦੀ ਹੈ, ਤੂੰ ਮਦਨ? ਸਿਰ ਤੋਂ ਪੈਰਾਂ ਵੱਲ ਤੇ ਪੈਰਾਂ ਤੋਂ ਸਿਰ ਵੱਲ ਵੇਖਦੀ ਹੋਈ, ਤੂੰ ਮਦਨ, ਇਹ ਕੀ ਹਾਲ ਬਣਿਆ ਏ ਤੇਰਾ? ਆ ਬੈਠ, ਮੈਨੂੰ ਦੱਸ। ਉਹਨੂੰ ਫੜ ਕੇ ਕੁਰਸੀ ਵੱਲ ਲਿਆਉਂਦੀ ਹੈ ਤੇ ਮਦਨ ਕਹਿੰਦਾ ਹੈ, ਦੱਸਣਾ ਆ ਮਾਸੀ, ਟਰੰਕੀ ਅੰਦਰ ਕਰ ਲਵਾਂ। ਟਰੰਕੀ ਨੂੰ ਚੁੱਕ ਕੇ ਅੰਦਰ ਲੈ ਜਾਂਦਾ ਏ। ਰਾਮ ਪਿਆਰੀ ਫਿਰ ਪੁੱਛਦੀ ਹੈ, ਹੇ ਭਗਵਾਨ, ਮਦਨ ਕਿੱਧਰੋਂ? ਨਾ ਖੱਤ ਨਾ ਪੱਤਰ। ਮਦਨ ਬਾਹਰ ਨਿਕਲਦਾ ਹੋਇਆ ਫਿਰ ਕਹਿੰਦਾ ਹੈ, ਮਾਸੀ ਜੀ, ਜੇ ਮੈਂ ਲਿਖ ਸਕਦਾ ਤਾਂ ਲਿਖਦਾ। ਰਾਮ ਪਿਆਰੀ ਫਿਰ ਅੱਗੋਂ ਪੁੱਛਦੀ ਹੈ, ਪਿੱਛੇ ਘਰ ਸੁੱਖ ਸਾਂਦ ਏ? ਇਸ ਵਾਰਤਾਲਾਪ ਤੋਂ ਸਾਡੇ ਸਮਾਜਿਕ ਰਿਸ਼ਤਿਆਂ ਦੀ ਤਰਜਮਾਨੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਇਕਾਂਗੀ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਸਮਾਜ ਵਿੱਚ ਵਿਚਰਦਿਆਂ ਸਾਡੇ ਕੋਲੋਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪਣੀ ਗਲਤੀ ਸਵੀਕਾਰ ਕਰ ਲੈਣ ਵਿੱਚ ਕਿਸੇ ਵੀ ਕਿਸਮ ਦੀ ਝਿਜਕ ਨਹੀਂ ਹੋਣੀ ਚਾਹੀਦੀ ਤੇ ਸਾਨੂੰ ਉਸ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ। ਗਲਤੀ ਨੂੰ ਮੰਨਣਾ ਸਿਸ਼ਟਾਚਾਰ ਦਾ ਇੱਕ ਹਿੱਸਾ ਹੈ। ਇਸ ਇਕਾਂਗੀ ਵਿਚਲੇ ਪਾਤਰ ਮਦਨ ਕੋਲੋਂ ਗਲਤੀ ਹੋਈ ਹੈ ਅਤੇ ਉਹ ਆਪਣੀ ਮਾਸੀ ਰਾਮ ਪਿਆਰੀ ਸਾਹਮਣੇ ਆਪਣੀ ਗਲਤੀ ਕਬੂਲ ਵੀ ਕਰਦਾ ਹੈ। ਜਿਵੇਂ ਮਦਨ ਅਤੇ ਰਾਮ ਪਿਆਰੀ ਦੀ ਆਪਸੀ ਗੱਲਬਾਤ ਤੁਸੀਂ ਦੇਖ ਰਹੇ ਹੋ। ਮਦਨ ਰਾਜਦਾਰੀ ਲਹਿਜੇ ਵਿੱਚ, ਮਾਸੀ ਮੈਂ ਰੁਪਿਆ ਨਹੀਂ ਚੁੱਕਿਆ, ਮੈਂ ਚੋਰ ਨਹੀਂ, ਮੈਂ ਗਬਨ ਨਹੀਂ ਕੀਤਾ। ਤੇ ਰਾਮ ਪਿਆਰੀ ਅੱਗੋਂ ਕਹਿੰਦੀ ਹੈ, ਚੋਰੀ ਗਬਨ, ਇਹ ਕੀ ਪਿਆ ਗੱਲਾਂ ਕਰਦਾ ਏ? ਮਦਨ ਫਿਰ ਅੱਗੋਂ ਜਵਾਬ ਦਿੰਦਾ ਹੈ, ਕਿਸਮਤ ਨੇ ਦਗਾ ਦਿੱਤਾ ਮਾਸੀ, ਮੇਰੇ ਨਾਲ ਦਾ ਕਲਰਕ ਭੂਸ਼ਣ, ਅਸੀਂ ਦੋਵੇਂ ਇੱਕ ਦਫ਼ਤਰ ਵਿੱਚ ਸਾਂ ਨਾ। ਰਾਮ ਪਿਆਰੀ ਫਿਰ ਪੁੱਛਦੀ ਹੈ, ਹਾਂ ਫਿਰ ਹੋਇਆ ਕੀ? ਤੇ ਮਦਨ ਅੱਗੇ ਜਵਾਬ ਦਿੰਦਾ ਹੈ, ਉਹਨੇ ਮੈਨੂੰ ਫੁਸਲਾਇਆ, ਮੇਰੀ ਅਕਲ ਤੇ ਪਰਦਾ ਪੈ ਗਿਆ, ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ, ਬੁੱਧੂ ਮੈਂ ਬੁੱਧੂ ਹਾਂ। ਉਹ ਰੁਪਿਆ ਲੈ ਕੇ ਉੱਡ ਗਿਆ। ਇਸ ਤਰ੍ਹਾਂ ਮਦਨ ਪਾਤਰ ਪਸ਼ਚਾਤਾਪ ਦੇ ਭਾਵ ਪ੍ਰਗਟ ਕਰਦਾ ਹੈ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਨੇ ਇਸ ਇਕਾਂਗੀ ਵਿੱਚ ਪੁਲਿਸ ਮਹਿਕਮੇ ਦੀ ਕਾਰਗੁਜ਼ਾਰੀ ਅਤੇ ਲੋਕਾਂ ਉੱਤੇ ਪੁਲਿਸ ਦੇ ਡਰ ਦੇ ਪ੍ਰਭਾਵ ਨੂੰ ਬਾਖੂਬੀ ਉਲੀਕਿਆ ਹੈ। ਜਿਵੇਂ ਇਕਾਂਗੀ ਵਿਚਲਾ ਪਾਤਰ ਮਦਨ ਲਾਲ ਗਲਤੀ ਤਾਂ ਕਰ ਬੈਠਦਾ ਹੈ, ਪਰ ਹੁਣ ਪੁਲਿਸ ਤੋਂ ਵੀ ਡਰਦਾ ਹੈ। ਡਰਦਾ ਹੋਇਆ ਆਪਣੀ ਮਾਸੀ ਰਾਮ ਪਿਆਰੀ ਕੋਲ
ਆਉਂਦਾ ਹੈ। ਉਸ ਨੂੰ ਹੁਣ ਪੁਲਿਸ ਦੇ ਡੰਡਿਆਂ ਦਾ ਡਰ ਹੈ। ਤੁਸੀਂ ਇਕਾਂਗੀ ਵਿੱਚ ਦੇਖ ਸਕਦੇ ਹੋ ਕਿ ਜਦੋਂ ਰਾਮ ਪਿਆਰੀ ਮਦਨ ਨੂੰ ਹੌਸਲਾ ਦਿੰਦੀ ਹੈ ਤਾਂ ਮਦਨ ਕਹਿੰਦਾ ਹੈ, ਪੁਲਿਸ ਡੰਡਿਆਂ ਨਾਲ ਮੇਰੇ ਹੱਡ ਭੰਨ ਸੁੱਟੇਗੀ, ਮੈਨੂੰ ਕੁੱਟ-ਕੁੱਟ ਕੇ ਬਕਾ ਲਵੇਗੀ। ਤੇ ਰਾਮ ਪਿਆਰੀ ਫਿਰ ਅੱਗੋਂ ਕਹਿੰਦੀ ਹੈ, ਹਾਏ ਹਾਏ। ਤੇ ਮਦਨ ਕੀ ਕਹਿੰਦਾ ਹੈ, ਮੇਰੇ ਕੋਲੋਂ ਪੁਲਿਸ ਦੀ ਫੰਡ ਨਹੀਂ ਝੱਲ ਹੋਣੀ, ਮੈਂ ਮਰ ਜਾਵਾਂਗਾ, ਓਏ ਮੇਰਿਆ ਰੱਬਾ। ਇਸ ਤੋਂ ਇਲਾਵਾ ਇਸ ਇਕਾਂਗੀ ਵਿੱਚ ਪਾਤਰਾਂ ਦੀ ਮਾਸੂਮੀਅਤ ਅਤੇ ਭੋਲਾਪਨ ਵੀ ਉਜਾਗਰ ਹੁੰਦਾ ਹੈ। ਜਿਵੇਂ ਰਾਮ ਪਿਆਰੀ ਮਦਨ ਦੀਆਂ ਗੱਲਾਂ ਨੂੰ ਸੱਚ ਮੰਨ ਲੈਂਦੀ ਹੈ। ਮਦਨ ਭਗੌੜਾ ਹੈ, ਇਸ ਦੇ ਬਾਵਜੂਦ ਵੀ ਉਹ ਉਸ ਨੂੰ ਆਪਣੇ ਘਰ ਵਿੱਚ ਸ਼ਰਨ ਦਿੰਦੀ ਹੈ ਅਤੇ ਹੌਸਲਾ ਦਿੰਦੀ ਹੈ ਕਿ ਉਹ ਘਬਰਾਵੇ ਨਾ। ਹਰੀ ਚੰਦ ਵੀ ਭੋਲਾ ਪਾਤਰ ਹੈ ਜੋ ਰਾਮ ਪਿਆਰੀ ਦੀਆਂ ਗੱਲਾਂ ਨਹੀਂ ਸਮਝ ਸਕਿਆ ਜਦੋਂ ਉਹ ਉਸ ਨੂੰ ਮਦਨ ਦੇ ਉਹਨਾਂ ਦੇ ਘਰ ਆਉਣ ਬਾਰੇ ਦੱਸਦੀ ਹੈ। ਹਰੀ ਚੰਦ ਅਤੇ ਰਾਮ ਪਿਆਰੀ ਦੀ ਇਹ ਆਪਸੀ ਗੱਲਬਾਤ ਮਾਸੂਮੀਅਤ ਅਤੇ ਭੋਲਾਪਨ ਦੀ ਮੁਤਾਜ ਹੈ। ਰਾਮ ਪਿਆਰੀ ਹਰੀ ਚੰਦ ਨੂੰ ਕਹਿੰਦੀ ਹੈ, ਮਦਨ ਆਇਆ ਹੋਇਆ ਏ, ਜਦੋਂ ਦਾ ਆਇਆ ਏ ਮੈਨੂੰ ਥੱਥੇ ਪੱਥੇ ਪਏ ਹੋਏ ਨੇ। ਤੇ ਹਰੀ ਚੰਦ ਕਹਿੰਦਾ ਹੈ, ਮਦਨ ਕੌਣ? ਰਾਮ ਪਿਆਰੀ ਫਿਰ ਅੱਗੋਂ ਜਵਾਬ ਦਿੰਦੀ ਹੈ, ਹੈਂ ਭੁੱਲ ਗਏ ਹੋ, ਮੇਰਾ ਭਣੇਵਾਂ ਭੈਣ ਗਿਆਨੋ ਦਾ ਪੁੱਤਰ, ਬੁਰੀ ਹਾਲਤ ਆ ਵਿਚਾਰੇ ਦੀ। ਹਰੀ ਚੰਦ ਫਿਰ ਅੱਗੋਂ ਜਵਾਬ ਦਿੰਦਾ ਹੈ, ਫਿਰ ਉਹਨੂੰ ਵੀ ਡਾਕਟਰ ਦੇ ਲੈ ਜਾਵਾਂ? ਨਹੀਂ ਤੇ ਖੈਰ ਇਹੋ ਦਵਾਈਆਂ ਵੰਡ ਕੇ ਖਾ ਲਵਾਂਗੀ। ਇਸ ਤੋਂ ਇਲਾਵਾ ਸਾਧੂ ਅਤੇ ਮੌਨਧਾਰੀ ਦੀਆਂ ਗੱਲਾਂ ਨੂੰ ਵੀ ਸਾਰਾ ਪਰਿਵਾਰ ਨਹੀਂ ਸਮਝ ਸਕਿਆ। ਇਸ ਇਕਾਂਗੀ ਵਿੱਚ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਨੇ ਸਾਡੇ ਸੱਭਿਆਚਾਰ, ਸੰਸਕ੍ਰਿਤੀ ਅਤੇ ਪਰੰਪਰਾ ਦੀ ਗੱਲ ਵੀ ਕੀਤੀ ਹੈ, ਜਿਸ ਵਿੱਚ ਸਾਧੂ ਸੰਤਾਂ ਅਤੇ ਘਰ ਆਏ ਹੋਏ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਕੀਤੀ ਜਾਂਦੀ ਹੈ। ਮੌਨਧਾਰੀ ਅਤੇ ਸਾਧੂ ਜਦੋਂ ਰਾਮ ਪਿਆਰੀ ਦੇ ਘਰ ਆਉਂਦੇ ਹਨ ਤਾਂ ਰਾਮ ਪਿਆਰੀ ਉਹਨਾਂ ਨੂੰ ਜੀ ਆਇਆਂ ਨੂੰ ਆਖਦੀ ਹੈ। ਰਾਮ ਪਿਆਰੀ ਦੇ ਵੱਖਰੇ ਵੱਖਰੇ ਵਾਰਤਾਲਾਪ ਤੁਸੀਂ ਦੇਖ ਸਕਦੇ ਹੋ। ਉਸਦੇ ਵਾਰਤਾਲਾਪਾਂ ਦੇ ਵਿੱਚੋਂ ਸਾਧੂ ਸੰਤਾਂ ਪ੍ਰਤੀ ਸਤਿਕਾਰ ਝਲਕਦਾ ਹੈ। ਜਿਵੇਂ ਪਹਿਲਾ ਹੈ, ਰਾਮ ਪਿਆਰੀ ਕਹਿੰਦੀ ਹੈ, ਮਹਾਰਾਜ ਅੰਦਰ ਆ ਜਾਓ, ਮੈਂ ਮੰਜੀ ਡਾਹ ਦੇਨੀ ਆ। ਉੱਠ ਕੇ ਮੰਜੀ ਡਾਉਂਦੀ ਏ ਤੇ ਖੇਸ ਵਿਛਾਉਂਦੀ ਏ। ਦੂਸਰਾ ਹੈ, ਰਾਮ ਪਿਆਰੀ ਕਹਿੰਦੀ ਹੈ, ਨਹੀਂ ਮਹਾਰਾਜ ਭੋਜਨ ਜ਼ਰੂਰ ਕਰਨਾ, ਮੈਂ ਅੱਖ ਦੇ ਫੋਰ ਵਿੱਚ ਬਣਾ ਦਿੰਦੀ ਹਾਂ, ਭਾਜੀ ਚੀਰੀ ਪਈ ਏ। ਤੀਸਰਾ ਵਾਰਤਾਲਾਪ ਰਾਮ ਪਿਆਰੀ ਕਹਿੰਦੀ ਹੈ, ਫੇਰ ਮਹਾਰਾਜ ਮੈਂ ਕੀ ਸੇਵਾ ਕਰਾਂ, ਥੋੜ੍ਹਾ ਜਿਹਾ ਫਲ ਖਾ ਲਓ, ਮੈਂ ਇੱਦਾਂ ਨਹੀਂ ਜਾਣ ਦੇਣਾ। ਇਸ ਤਰ੍ਹਾਂ ਸਾਧੂਆਂ ਦਾ ਸਤਿਕਾਰ ਕਰਨ ਦੀ ਪਰੰਪਰਾ ਨੂੰ ਇਸ ਇਕਾਂਗੀ ਦੇ ਵਿੱਚ ਬਿਆਨ ਕੀਤਾ ਗਿਆ ਹੈ। ਸਭ ਤੋਂ ਵੱਧ ਮਹੱਤਵਪੂਰਨ ਗੱਲ ਜੋ ਇਸ ਇਕਾਂਗੀ ਵਿੱਚ ਸਾਨੂੰ ਦੱਸੀ ਗਈ ਹੈ ਉਹ ਹੈ ਪਾਖੰਡਵਾਦ ਦਾ ਵਿਰੋਧ, ਵਹਿਮਾਂ ਭਰਮਾਂ ਦਾ ਵਿਰੋਧ, ਗੁੰਮਰਾਹ ਕਰਨ ਵਾਲੇ ਲੋਕਾਂ ਦਾ ਵਿਰੋਧ। ਇਸ ਇਕਾਂਗੀ ਦਾ ਪੜ੍ਹਿਆ ਲਿਖਿਆ, ਚੇਤਨ ਅਤੇ ਸਰਕਾਰੀ ਮੁਲਾਜ਼ਮ ਲੱਗਾ ਹੋਇਆ ਪਾਤਰ ਕਿਸ਼ੋਰ ਚੰਦ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਦਾ ਵਿਰੋਧ ਕਰਦਾ ਹੈ। ਕਿਸ਼ੋਰ ਚੰਦ ਆਪਣੇ ਘਰ ਆਏ ਮੌਨਧਾਰੀ ਅਤੇ ਸਾਧੂ ਦਾ ਵੀ ਵਿਰੋਧ ਕਰਦਾ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਕਿਸ਼ੋਰ ਦੁਆਰਾ ਇਸ ਇਕਾਂਗੀ ਵਿੱਚ ਵੱਖ-ਵੱਖ ਥਾਵਾਂ 'ਤੇ ਬੋਲੇ ਹੋਏ ਵਾਰਤਾਲਾਪ ਆਪਾਂ ਦੇਖ ਸਕਦੇ ਹਾਂ ਜੋ ਬਹੁਤ ਗੁੱਸੇ ਵਿੱਚ ਬੋਲੇ ਗਏ ਹਨ। ਕਿਸ਼ੋਰ ਤੇ ਚੀਚੀ ਵੱਟ ਕੇ, ਬੱਕ ਬੱਕ ਬੰਦ ਕਰ ਬਾਬਾ। ਹਰੀ ਚੰਦ ਨੂੰ, ਪਿਤਾ ਜੀ ਫੇਰ ਉਹ ਗੱਲ, ਮੈਂ ਤੁਹਾਨੂੰ ਕਿੰਨੀ ਵੇਰ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ, ਉੱਠੋ ਬਾਬਾ ਨਿਕਲੋ ਇੱਥੋਂ। ਕਿਸ਼ੋਰ ਦੀ ਦੂਸਰੀ ਵਾਰਤਾਲਾਪ ਜਿਹਦੇ ਵਿੱਚ ਕਿਸ਼ੋਰ ਕਹਿੰਦਾ ਹੈ, ਵਿਹਲੇ ਨਿਕੰਮੇ, ਮੁਫਤ ਦਾ ਚੰਗਾ ਚੋਖਾ ਖਾ ਕੇ ਕਿੱਦਾਂ ਮਾਸ ਚਾੜਿਆ ਈ ਚੋਬਰ ਉੱਤੇ, ਪੰਡਤਾ ਸ਼ੇਰ ਆਟਾ ਪੀਣ ਦੇ ਲਾਇਕ ਹੈ ਇਹ ਚੁੱਟ-ਮੁੱਟ। ਫਿਰ ਆਪਾਂ ਦੇਖਦੇ ਹਾਂ ਕਿਸ਼ੋਰ ਦੀ ਅਗਲੀ ਵਾਰਤਾਲਾਪ। ਕਿਸ਼ੋਰ ਕਹਿੰਦਾ ਹੈ, ਪਿਤਾ ਜੀ ਤੁਸੀਂ ਸਮਝਦੇ ਨਹੀਂ, ਇਹ ਭੇਖੀ ਸਾਧੂ ਸ਼ੋਧੇ ਮੰਗਤੇ ਨਿਰੇ ਪਖੰਡੀ।
इस तरह इकांगी का किशोर चंद पात्र गुमराह करन आए साधु ਅਤੇ ਮੌਨਧਾਰੀ ਦਾ ਡਟ ਕੇ ਵਿਰੋਧ ਕਰਦਾ ਹੈ ਅਤੇ ਉਹਨਾਂ ਨੂੰ ਗੁੱਸੇ ਵਿੱਚ ਉੱਚਾ ਨੀਵਾਂ ਵੀ ਬੋਲਦਾ ਹੈ। ਇਸ ਇਕਾਂਗੀ ਦਾ ਅੰਤ ਨਾਟਕੀ ਢੰਗ ਨਾਲ ਹੁੰਦਾ ਹੈ। ਕਿਵੇਂ? ਜਦੋਂ ਕਿਸ਼ੋਰ ਚੰਦ ਕਹਿੰਦਾ ਹੈ ਕਿ ਹਵਾਲਾਤ ਵਿੱਚੋਂ ਫਰਾਰ ਹੋਇਆ ਬੰਦਾ ਸਾਧੂ ਵਰਗਾ ਲੱਗਦਾ ਹੈ, ਪਰ ਸਾਧੂ ਦੇ ਨਾਂ ਮੰਨਣ 'ਤੇ ਕਿਸ਼ੋਰ ਪੁਲਿਸ ਦੀ ਧਮਕੀ ਦਿੰਦਾ ਹੈ, ਤਾਂ ਕੀ ਹੁੰਦਾ ਹੈ? ਸਾਧੂ ਬੜੀ ਚਲਾਕੀ ਦੇ ਨਾਲ ਮਦਨ ਲਾਲ ਨੂੰ ਫੜ ਲੈਂਦਾ ਹੈ। ਸਾਧੂ ਮਦਨ ਲਾਲ ਨੂੰ ਕਿਉਂ ਫੜ ਲੈਂਦਾ ਹੈ? ਕਿਉਂਕਿ ਅਸਲ ਵਿੱਚ ਮੌਨਧਾਰੀ ਅਤੇ ਸਾਧੂ ਦੋਵੇਂ ਪੁਲਿਸ ਦੇ ਮੁਲਾਜ਼ਮ ਹੁੰਦੇ ਹਨ, ਜੋ ਗਬਨਕਾਰੀ ਨੂੰ ਗ੍ਰਿਫਤਾਰ ਕਰਨ ਲਈ ਇਹ ਸਾਰਾ ਨਾਟਕ ਕਰਦੇ ਹਨ। ਸਾਧੂ ਪੁਲਿਸ ਮੁਲਾਜ਼ਮ ਹੁੰਦਾ ਹੈ ਅਤੇ ਮੌਨਧਾਰੀ ਪੁਲਿਸ ਦੇ ਵਿੱਚ ਇੰਸਪੈਕਟਰ ਹੁੰਦਾ ਹੈ। ਇਕਾਂਗੀ ਦੇ ਅਖੀਰ ਵਾਲੇ ਇਹ ਵਾਰਤਾਲਾਪ ਸਾਨੂੰ ਹੈਰਾਨ ਕਰ ਦਿੰਦੇ ਹਨ। ਸਾਧੂ ਜਦੋਂ ਕਹਿੰਦਾ ਹੈ, ਹੁਣ ਕਿੱਥੇ ਜਾਣਾ ਏ ਬੱਚੂ, ਮੌਨਧਾਰੀ ਨੂੰ, ਇੰਸਪੈਕਟਰ ਸਾਹਿਬ ਇਹ ਸ਼ਨਾਖਤੀ ਦਾਗ ਮੱਥੇ ਉੱਤੇ, ਮਦਨ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਮਦਨ ਨੱਠਣ ਦੀ ਬੇਕਾਰ ਕੋਸ਼ਿਸ਼ ਕਰਦਾ ਏ, ਪਰ ਸਾਧੂ ਨੇ ਉਹਨੂੰ ਜਕੜਿਆ ਹੋਇਆ ਏ। ਮੌਨਧਾਰੀ ਕੀ ਕਹਿੰਦਾ ਹੈ? ਫੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ, ਖਬਰਦਾਰ ਹਿੱਲੋ ਮੱਤ। ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਏ, ਮੈਂ ਇੰਸਪੈਕਟਰ ਦੀਪ ਚੰਦ, ਹਵਾਲਦਾਰ ਜਾਣੇ ਨਾ ਪਾਏ ਮੁਲਜ਼ਮ। ਤੇ ਮਦਨ ਕਰਾ ਕੇ, ਹਾਏ ਰੱਬਾ ਮੈਂ ਮਾਰਿਆ ਗਿਆ। ਇਹ ਇਕਾਂਗੀ ਨਾਟਕੀ ਢੰਗ ਨਾਲ ਖਤਮ ਹੋ ਜਾਂਦਾ ਹੈ। ਉਮੀਦ ਹੈ ਕਿ ਇਸ ਇਕਾਂਗੀ ਦਾ ਭਾਵ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਇਕਾਂਗੀ ਵਾਲੇ ਭਾਗ ਵਿੱਚੋਂ ਸਾਨੂੰ 3 ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ। ਪਹਿਲਾ ਹੈ ਵਸਤੂਨਿਸ਼ਠ ਪ੍ਰਸ਼ਨ ਉੱਤਰ, ਦੂਸਰਾ ਹੈ ਪਾਤਰ ਚਿਤਰਨ ਅਤੇ ਤੀਸਰਾ ਹੈ ਵਾਰਤਾਲਾਪਾਂ ਸੰਬੰਧੀ ਪ੍ਰਸ਼ਨ। ਸਭ ਤੋਂ ਪਹਿਲਾ ਹੈ ਵਸਤੂਨਿਸ਼ਠ ਪ੍ਰਸ਼ਨ ਉੱਤਰ। ਵਸਤੂਨਿਸ਼ਠ ਪ੍ਰਸ਼ਨਾਂ ਦਾ ਉੱਤਰ ਅਸੀਂ ਬਹੁਤ ਸੰਖੇਪ ਵਿੱਚ ਦੇਣਾ ਹੁੰਦਾ ਹੈ। ਆਓ ਦੇਖਦੇ ਹਾਂ ਕਿਵੇਂ। ਪਹਿਲਾ ਪ੍ਰਸ਼ਨ ਹੈ, ਮੌਨਧਾਰੀ ਇਕਾਂਗੀ ਕਿਸ ਦੀ ਰਚਨਾ ਹੈ? ਉੱਤਰ ਹੈ, ਮੌਨਧਾਰੀ ਇਕਾਂਗੀ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀ ਰਚਨਾ ਹੈ। ਦੂਸਰਾ ਪ੍ਰਸ਼ਨ ਹੈ, ਹਰੀ ਚੰਦ ਦੀ ਘਰ ਵਾਲੀ ਦਾ ਕੀ ਨਾਂ ਸੀ? ਇਸ ਦਾ ਉੱਤਰ ਹੈ, ਹਰੀ ਚੰਦ ਦੀ ਘਰ ਵਾਲੀ ਦਾ ਨਾਂ ਰਾਮ ਪਿਆਰੀ ਸੀ। ਅਗਲਾ ਪ੍ਰਸ਼ਨ ਹੈ, ਮਦਨ ਲਾਲ ਰਾਮ ਪਿਆਰੀ ਦਾ ਕੀ ਲੱਗਦਾ ਸੀ? ਤੇ ਇਸ ਦਾ ਉੱਤਰ ਹੈ, ਮਦਨ ਲਾਲ ਰਾਮ ਪਿਆਰੀ ਦਾ ਭਣੇਵਾ ਲੱਗਦਾ ਸੀ। ਸਾਡੇ ਕੋਲ ਅਗਲਾ ਪ੍ਰਸ਼ਨ ਹੈ ਵਸਤੂਨਿਸ਼ਠ ਪ੍ਰਸ਼ਨ ਉੱਤਰ, ਕਿਸ਼ੋਰ ਚੰਦ ਕਿਸ ਦਾ ਪੁੱਤਰ ਸੀ? ਅਤੇ ਇਸ ਦਾ ਉੱਤਰ ਹੈ, ਕਿਸ਼ੋਰ ਚੰਦ ਹਰੀ ਚੰਦ ਅਤੇ ਰਾਮ ਪਿਆਰੀ ਦਾ ਪੁੱਤਰ ਸੀ। ਅਗਲਾ ਪ੍ਰਸ਼ਨ ਹੈ, ਕਿਸ਼ੋਰ ਚੰਦ ਕੀ ਕੰਮ ਕਰਦਾ ਸੀ? ਇਸ ਦਾ ਉੱਤਰ ਹੈ, ਕਿਸ਼ੋਰ ਚੰਦ ਇੱਕ ਸਰਕਾਰੀ ਮੁਲਾਜ਼ਮ ਸੀ। ਅਗਲਾ ਪ੍ਰਸ਼ਨ ਹੈ, ਮੌਨਧਾਰੀ ਅਸਲ ਵਿੱਚ ਕੌਣ ਸੀ? ਜਿਸ ਦਾ ਉੱਤਰ ਹੈ, ਮੌਨਧਾਰੀ ਅਸਲ ਵਿੱਚ ਇੱਕ ਪੁਲਿਸ ਇੰਸਪੈਕਟਰ ਸੀ। ਅਗਲਾ ਪ੍ਰਸ਼ਨ ਹੈ, ਸਾਧੂ ਕੌਣ ਸੀ? ਸਾਧੂ ਇੱਕ ਪੁਲਿਸ ਮੁਲਾਜ਼ਮ ਸੀ। ਇਸ ਤਰ੍ਹਾਂ ਅਸੀਂ ਵਸਤੂਨਿਸ਼ਠ ਪ੍ਰਸ਼ਨ ਉੱਤਰਾਂ ਦੇ ਜਵਾਬ ਦੇ ਸਕਦੇ ਹਾਂ। ਇਸ ਤੋਂ ਇਲਾਵਾ ਸਾਨੂੰ ਇਕਾਂਗੀ ਵਿਚਲੇ ਪਾਤਰਾਂ ਦਾ ਪਾਤਰ ਚਿਤਰਨ ਕਰਨ ਨੂੰ ਵੀ ਕਿਹਾ ਜਾਂਦਾ ਹੈ। ਇਕਾਂਗੀ ਵਿੱਚ ਪਾਤਰਾਂ ਦੀ ਘਾੜਤ ਬਹੁਤ ਹੀ ਮਹੱਤਵਪੂਰਨ ਹੈ। ਪਾਤਰ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ ਅਤੇ ਇਕਾਂਗੀ ਨੂੰ ਮਹਾਨ ਉਦੇਸ਼ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ। ਗੱਲਬਾਤ ਅਤੇ ਭਾਸ਼ਾ ਤੋਂ ਉਹਨਾਂ ਦੇ ਨਿੱਜੀ ਜੀਵਨ ਬਾਰੇ ਪਤਾ ਲੱਗਦਾ ਹੈ। ਕਾਰਜ ਰਾਹੀਂ ਉਹਨਾਂ ਦੇ ਚਰਿੱਤਰ ਦੇ ਗੁਣਾਂ ਅਤੇ ਔਗੁਣਾਂ ਬਾਰੇ ਪਤਾ ਲੱਗਦਾ ਹੈ। ਇਕਾਂਗੀ ਦੇ ਪਾਤਰ
ਜਿਉਂਦੇ ਜਾਗਦੇ ਅਤੇ ਸਮਾਜ ਦਾ ਯਥਾਰਥਕ ਅੰਗ ਪ੍ਰਤੀਤ ਹੋਣ ਵਾਲੇ ਹੁੰਦੇ ਹਨ। ਕਿਉਂਕਿ ਇਕਾਂਗੀ ਪੜ੍ਹਨ ਤੋਂ ਬਾਅਦ ਅਸੀਂ ਪਾਤਰਾਂ ਦੇ ਸੁਭਾਅ ਤੋਂ ਭਲੀ ਪ੍ਰਕਾਰ ਜਾਣੂ ਹੋ ਜਾਂਦੇ ਹਾਂ। ਜਿਵੇਂ ਇਸ ਇਕਾਂਗੀ ਦੇ ਵਿੱਚ 6 ਪਾਤਰ ਹਨ। ਪਹਿਲਾ ਹੈ ਰਾਮ ਪਿਆਰੀ। ਰਾਮ ਪਿਆਰੀ ਦਾ ਪਾਤਰ ਚਿੱਤਰਨ। ਸਾਨੂੰ ਪਤਾ ਹੈ ਕਿ ਰਾਮ ਪਿਆਰੀ ਮੌਨਧਾਰੀ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਹਰੀ ਚੰਦ ਉਸ ਦਾ ਪਤੀ ਹੈ ਅਤੇ ਕਿਸ਼ੋਰ ਚੰਦ ਉਸ ਦਾ ਪੁੱਤਰ ਹੈ। ਰਾਮ ਪਿਆਰੀ ਦਾ ਸੁਭਾਅ ਕਿਵੇਂ ਦਾ ਹੈ? ਪਰੇਸ਼ਾਨੀ ਵਿੱਚ ਘਿਰੀ ਰਹਿਣ ਵਾਲੀ, ਨੇਕੀ ਕਰਨ ਵਾਲੀ, ਸਾਧੂਆਂ ਦੀ ਸੇਵਾ ਕਰਨ ਵਾਲੀ, ਸਾਧੂਆਂ ਦਾ ਨਿਰਾਦਰ ਨਾ ਸਹਿਣ ਵਾਲੀ। ਦੂਸਰਾ ਹੈ ਹਰੀ ਚੰਦ, ਜੋ ਰਾਮ ਪਿਆਰੀ ਦਾ ਘਰ ਵਾਲਾ ਅਤੇ ਕਿਸ਼ੋਰ ਚੰਦ ਦਾ ਪਿਤਾ ਹੈ। ਹਰੀ ਚੰਦ ਕਿਵੇਂ ਦਾ ਇਨਸਾਨ ਹੈ? ਬਿਮਾਰ ਰਹਿਣ ਵਾਲਾ, ਸਰੀਰਕ ਪੱਖੋਂ ਬਿਮਾਰ, ਖਿਝਿਆ ਰਹਿਣ ਵਾਲਾ, ਚਿੜਚਿੜੇ ਸੁਭਾਅ ਵਾਲਾ, ਵਹਿਮੀ, ਹਾਜ਼ਰ ਜਵਾਬ, ਮਖੌਲੀਆ, ਸਾਧੂਆਂ ਵਿਰੁੱਧ ਅਪਸ਼ਬਦ ਬੋਲਣ ਦੇ ਵਿਰੁੱਧ ਹਾਸ ਰਸ ਪੈਦਾ ਕਰਨ ਵਾਲਾ। ਹਰੀ ਚੰਦ ਇੱਕ ਇਵੇਂ ਦਾ ਪਾਤਰ ਹੈ ਜੋ ਸਾਧੂ ਅਤੇ ਮੌਨਧਾਰੀ ਨਾਲ ਮਜ਼ਾਕ ਕਰਕੇ ਇਕਾਂਗੀ ਦੇ ਵਿੱਚ ਹਾਸ ਰਸ ਪੈਦਾ ਕਰਦਾ ਹੈ। ਤੀਸਰਾ ਪਾਤਰ ਹੈ ਕਿਸ਼ੋਰ ਚੰਦ। ਕਿਸ਼ੋਰ ਚੰਦ ਦਾ ਸੁਭਾਅ ਕਿਵੇਂ ਦਾ ਹੈ? ਪੜ੍ਹਿਆ ਲਿਖਿਆ ਨੌਜਵਾਨ ਹੈ, ਸੰਤਾਂ ਸਾਧੂਆਂ ਵਿੱਚ ਵਿਸ਼ਵਾਸ ਨਾ ਕਰਨ ਵਾਲਾ, ਆਲੇ ਦੁਆਲੇ ਦੇ ਵਾਤਾਵਰਣ ਤੋਂ ਚੇਤਨ, ਨਿਡਰ, ਹਾਜ਼ਰ ਜਵਾਬ, ਗੁੱਸੇ ਵਿੱਚ ਆਉਣ ਵਾਲਾ। ਉਹ ਸਾਧੂ ਨੂੰ ਭਗੌੜਾ ਮੁਜਰਮ ਤੱਕ ਕਹਿ ਜਾਂਦਾ ਹੈ। ਚੌਥਾ ਪਾਤਰ ਹੈ ਮਦਨ ਲਾਲ। ਮਦਨ ਲਾਲ ਕਿਵੇਂ ਦਾ ਪਾਤਰ ਹੈ? ਮਦਨ ਲਾਲ ਦੀ ਮਾਂ ਦਾ ਨਾਂ ਗਿਆਨੋ ਹੈ। ਮਦਨ ਫਿਕਰ ਤੇ ਚਿੰਤਾ ਦਾ ਮਾਰਿਆ ਹੋਇਆ ਪਾਤਰ ਹੈ। ਭਗੌੜਾ ਹੈ, ਲਾਲਚੀ, ਬੇਅਕਲ, ਝੂਠ ਬੋਲਣ ਵਾਲਾ। ਝੂਠ ਕਦੋਂ ਬੋਲਦਾ ਹੈ? ਜਦੋਂ ਕਿਸ਼ੋਰ ਉਸਦੇ ਆਉਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਝੂਠ ਹੀ ਕਹਿੰਦਾ ਹੈ ਕਿ ਮਿਲਣ ਆਇਆ ਹੈ ਅਤੇ ਰਾਤ ਰਹਿ ਕੇ ਵਾਪਸ ਚਲਾ ਜਾਵੇਗਾ। ਮਦਨ ਲਾਲ ਇੱਕ ਇਵੇਂ ਦਾ ਪਾਤਰ ਹੈ ਜੋ ਆਪਣੇ ਆਪ ਨੂੰ ਖੋਟੀ ਕਿਸਮਤ ਵਾਲਾ ਸਮਝਦਾ ਹੈ। ਅਗਲਾ ਪਾਤਰ ਹੈ ਮੌਨਧਾਰੀ, ਜਿਸ ਦੇ ਨਾਂ ਤੇ ਇਸ ਇਕਾਂਗੀ ਦਾ ਨਾਂ ਹੈ। ਮੌਨਧਾਰੀ ਇੱਕ ਪੁਲਿਸ ਇੰਸਪੈਕਟਰ ਹੈ ਜਿਸ ਦਾ ਨਾਂ ਦੀਪ ਚੰਦ ਹੈ। ਸਰੀਰ ਦਾ ਮੋਟਾ ਤਾਜ਼ਾ, ਉਸਨੇ ਨਕਲੀ ਦਾੜੀ ਲਾਈ ਹੋਈ ਹੈ। ਸਫਲ ਜਾਸੂਸ, ਪੁਲਸੀਆ ਕਾਰਵਾਈ ਕਰਨ ਵਿੱਚ ਚੁਸਤ, ਕਿਉਂਕਿ ਉਸਦਾ ਮੰਤਵ ਸੀ ਮਦਨ ਲਾਲ ਨੂੰ ਗ੍ਰਿਫਤਾਰ ਕਰਨਾ। ਇਕਾਂਗੀ ਦੇ ਅਖੀਰ ਵਿੱਚ ਉਹ ਆਪਣੇ ਮਕਸਦ ਦੇ ਵਿੱਚ ਪੂਰਾ ਕਾਮਯਾਬ ਹੁੰਦਾ ਹੈ। ਉਸ ਦਾ ਮੰਤਵ ਸੀ ਭਗੌੜੇ ਮਦਨ ਲਾਲ ਨੂੰ ਗ੍ਰਿਫਤਾਰ ਕਰਨਾ, ਇਸ ਕਰਕੇ ਉਸਨੇ ਮੌਨਧਾਰੀ ਦਾ ਰੂਪ ਧਾਰਿਆ ਹੋਇਆ ਸੀ। ਅਗਲਾ ਪਾਤਰ ਹੈ ਸਾਧੂ। ਸਾਧੂ ਪਤਲਾ ਤੇ ਸੁਕੜੂ ਜਿਹਾ, ਪੁਲਿਸ 'ਚ ਹਵਾਲਦਾਰ, ਇੰਸਪੈਕਟਰ ਦੀਪ ਚੰਦ ਦਾ ਸਾਥੀ, ਸਫਲ ਜਾਸੂਸ, ਚੁਸਤ ਚਲਾਕ, ਗੱਲਾਂ ਦਾ ਧਨੀ, ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲਾ, ਆਪਣੇ ਮੰਤਵ ਵਿੱਚ ਕਾਮਯਾਬ ਹੋਣ ਵਾਲਾ। ਆਪਾਂ ਦੇਖਦੇ ਹਾਂ ਕਿ ਇਕਾਂਗੀ ਦੇ ਅਖੀਰ ਦੇ ਵਿੱਚ ਜਿਹੜਾ ਸਾਧੂ ਸੀ ਉਹ ਭਗੌੜੇ ਮਦਨ ਲਾਲ ਨੂੰ ਗ੍ਰਿਫਤਾਰ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਵਸਤੂਨਿਸ਼ਟ ਪ੍ਰਸ਼ਨ ਉੱਤਰਾਂ ਅਤੇ ਪਾਤਰ ਚਿਤਰਨ ਤੋਂ ਬਿਨਾਂ ਸਾਨੂੰ ਵਾਰਤਾਲਾਪਾਂ ਸੰਬੰਧੀ ਪ੍ਰਸ਼ਨ ਵੀ ਪੁੱਛੇ ਜਾਂਦੇ ਹਨ। ਕੀ ਹੁੰਦਾ ਹੈ ਕਿ ਸਾਨੂੰ ਇੱਕ ਪੈਰਾ ਦਿੱਤਾ ਜਾਂਦਾ ਹੈ ਵਾਰਤਾਲਾਪ ਦੇ ਰੂਪ ਵਿੱਚ, ਅਤੇ ਅਸੀਂ ਦਿੱਤੇ ਹੋਏ ਪੈਰੇ ਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲੱਭਣੇ ਹੁੰਦੇ ਹਨ। ਜਿਵੇਂ ਇੱਥੇ ਸਾਨੂੰ ਇੱਕ ਪੈਰਾ ਦਿੱਤਾ ਹੈ, ਵਾਰਤਾਲਾਪ ਹੈ, ਕਚੀਚੀ ਵੱਟ ਕੇ ਬੱਕ ਬੱਕ ਬੰਦ ਕਰ ਬਾਬਾ। ਹਰੀ ਚੰਦ ਨੂੰ, ਪਿਤਾ ਜੀ ਫੇਰ ਉਹ ਗੱਲਾਂ, ਮੈਂ ਤੁਹਾਨੂੰ ਕਿੰਨੀ ਵੇਰ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ, ਉੱਠੋ ਬਾਬਾ, ਨਿਕਲੋ ਇੱਥੋਂ। ਇਹ ਵਾਰਤਾਲਾਪ ਹੈ। ਸਾਨੂੰ
ਪ੍ਰਸ਼ਨ ਦਿੱਤੇ ਹੁੰਦੇ ਹਨ ਤੇ ਅਸੀਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਇਸ ਵਾਰਤਾਲਾਪ ਦੇ ਵਿੱਚੋਂ ਲੱਭਣੇ ਹੁੰਦੇ ਹਨ। ਜਿਵੇਂ ਪਹਿਲਾ ਪ੍ਰਸ਼ਨ ਹੈ, ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਤੇ ਸਾਨੂੰ ਪਤਾ ਹੈ, ਆਪਾਂ ਇਕਾਂਗੀ ਦੇ ਵਿੱਚ ਪੜ੍ਹਿਆ ਹੈ ਕਿ ਇਹ ਸ਼ਬਦ ਕਿਸ਼ੋਰ ਚੰਦ ਨੇ ਸਾਧੂ ਨੂੰ ਅਤੇ ਆਪਣੇ ਪਿਤਾ ਹਰੀ ਚੰਦ ਨੂੰ ਕਹੇ। ਦੂਸਰਾ ਪ੍ਰਸ਼ਨ ਹੈ, ਪੁੱਤਰ ਪਿਤਾ ਨੂੰ ਕੀ ਸਮਝਾ ਚੁੱਕਾ ਹੈ? ਤੇ ਇਸ ਦਾ ਉੱਤਰ ਹੈ, ਪੁੱਤਰ ਪਿਤਾ ਨੂੰ ਸਮਝਾ ਚੁੱਕਾ ਹੈ ਕਿ ਇਹਨਾਂ ਪਾਖੰਡੀ ਬਾਬਿਆਂ ਨੂੰ ਮੂੰਹ ਨਾ ਲਾਇਆ ਜਾਵੇ। ਤੀਸਰਾ ਪ੍ਰਸ਼ਨ ਹੈ, ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ? ਇਸ ਸਵਾਲ ਦਾ ਜਵਾਬ ਹੈ, ਇੱਥੇ ਬਾਬਿਆਂ ਨੂੰ ਘਰ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਸਾਨੂੰ ਜਿਹੜੀ ਵੀ ਵਾਰਤਾਲਾਪ ਦਿੱਤੀ ਹੁੰਦੀ ਹੈ ਪਹਿਰੇ ਦੇ ਰੂਪ ਵਿੱਚ, ਅਸੀਂ ਉਸ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹਨਾ ਹੈ। ਪੜ੍ਹਨ ਤੋਂ ਬਾਅਦ ਜਿਹੜੇ ਪ੍ਰਸ਼ਨ ਸਾਨੂੰ ਦਿੱਤੇ ਹੁੰਦੇ ਹਨ, ਅਸੀਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਵਾਰਤਾਲਾਪ ਦੇ ਵਿੱਚੋਂ ਲੱਭਣੇ ਹੁੰਦੇ ਹਨ। ਸੋ ਇਹ ਸੀ ਮੌਨਧਾਰੀ ਇਕਾਂਗੀ, ਜਿਸ ਵਿੱਚ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਨੇ ਪਾਤਰਾਂ ਰਾਹੀਂ ਤਤਕਾਲੀ ਸਮਾਜ ਦੀ ਯਥਾਰਥਿਕ ਪੇਸ਼ਕਾਰੀ ਹਲਕੇ ਫੁਲਕੇ ਅਤੇ ਰੌਚਕ ਅੰਦਾਜ਼ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਇਸ ਇਕਾਂਗੀ ਵਿੱਚ ਵਹਿਮਾਂ ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦਾ ਕਿਰਦਾਰ ਅਤੇ ਪੁਲਿਸ ਦੀ ਬਿਹਤਰ ਕਾਰਗੁਜ਼ਾਰੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਧੰਨਵਾਦ।